ब्रेक तो बाद खबर सिलसिला एक बार फिर तो जारी है। प्रसिद्ध पंजाबी गायक रंजीत बावा दे ठिकाणिਆਂ ਤੇ ਛਾਪੇ ਪਏ ਨੇ। ਦੱਸਦੇ ਕਿ ਇਨਕਮ ਟੈਕਸ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ ਤੇ 4 ਠਿਕਾਣਿਆਂ ਤੇ ਪ੍ਰਸਿੱਧ ਪੰਜਾਬੀ ਗਾਇਕ ਰਣਜੀਤ ਬਾਵਾ ਦੇ ਠਿਕਾਣਿਆਂ ਤੇ ਛਾਪੇਮਾਰੀ ਹੋ ਰਹੀ ਹੈ। ਬਟਾਲਾ ਤੇ ਚੰਡੀਗੜ੍ਹ ਦਫ਼ਤਰ ਦੇ ਵਿੱਚ ਵੀ ਈਡੀ ਵੱਲੋਂ ਰੇਡ ਕੀਤੀ ਗਈ ਹੈ। ਦੱਸਦੇ ਕਿ ਰਣਜੀਤ ਬਾਵਾ ਦੇ ਪੀਏ ਦੇ ਘਰ ਤੇ ਵੀ ਛਾਪੇ ਮਾਰੇ ਗਏ ਨੇ। ਸੋ ਈਡੀ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ। प्रसिद्ध पंजाबी गायक रंजीत बावा दे वक-वक ठिकाणिਆਂ ਤੇ ਰੇਡ ਪਈ ਹੈ। ਉਹਨਾਂ ਦੇ ਪੀਏ ਦੇ ਘਰ ਤੇ ਵੀ ਰੇਡ ਪੈਣ ਦੀ ਖਬਰ ਹੈ। ਸੋ ਰਣਜੀਤ ਬਾਵਾ ਦੇ ਉੱਪਰ ਈਡੀ ਵੱਲੋਂ ਸ਼ਿਕੰਜਾ ਕੱਸਿਆ ਗਿਆ ਹੈ। ਪ੍ਰਸਿੱਧ ਪੰਜਾਬੀ ਗਾਇਕ ਨੇ ਰਣਜੀਤ ਬਾਵਾ ਵਕ-ਵਕ ਠਿਕਾਣਿਆਂ ਤੇ ਈਡੀ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ। ਇਨਕਮ ਟੈਕਸ ਵੱਲੋਂ 4 ਠਿਕਾਣਿਆਂ ਤੇ ਇਹ ਰੇਡ ਕੀਤੀ ਗਈ ਹੈ। ਸਾਡੇ ਨਾਲ ਰਜਿੰਦਰ ਧਾਲੀਵਾਲ ਇਸ ਵੇਲੇ ਬਟਾਲਾ ਤੋਂ ਜੁੜ ਚੁੱਕੇ ਨੇ। ਰਜਿੰਦਰ, ਕੀ ਕੋਈ ਜਾਣਕਾਰੀ ਜਿਸ ਨਾਲ ਵੱਖ-ਵੱਖ ਥਾਵਾਂ ਤੇ ਇੱਕ ਪ੍ਰਸਿੱਧ ਗਾਇਕ ਰਣਜੀਤ ਬਾਵਾ ਜਿਨ੍ਹਾਂ ਦੇ ਟਿਕਾਣੇ ਤੇ ਛਾਪੇਮਾਰੀ ਹੋਈ ਹੈ? जी बिल्कुल बड़े उगे गायक मशहूर गायक ਜਿਹੜੇ ਨੇ ਰੰਦਾਵਾ ਜੋ ਫਿਲਮੀ ਅਦਾਕਾਰ ਵੀ ਨੇ ਉਹਨਾਂ ਵੱਲੋਂ ਜਿਹੜਾ ਕਿਸਾਨੀ ਅੰਦੋਲਨ ਦੇ ਵਿੱਚ ਬਹੁਤ ਵੱਡਾ ਰੋਲ ਨਿਭਾਇਆ ਗਿਆ, ਉੱਥੇ ਬਹੁਤ ਵੱਡਾ ਯੋਗਦਾਨ ਪਾਇਆ ਗਿਆ। ਉਸ ਤੋਂ ਬਾਅਦ ਕਈ ਜਿਹੜੇ ਕਲਾਕਾਰ ਨਿਸ਼ਾਨੇ ਤੇ ਆਏ ਨੇ ਇਨਕਮ ਟੈਕਸ ਦੇ ਏਜੰਸੀਆਂ ਦੇ। ਇਸੇ ਤਹਿਤ ਅੱਜ ਸਵੇਰੇ ਬਟਾਲਾ ਜੋ ਉਹਨਾਂ ਦੇ ਬਟਾਲਾ ਗ੍ਰੰਥੀਆ ਪਿੰਡ ਆ ਉਹਨਾਂ ਦੇ ਘਰ ਵਿੱਚ ਔਰ ਉਹਨਾਂ ਦਾ ਪੀਏ ਜੋ ਡਿਪਟੀ ਹੋਰ ਆਇਆ ਗੁਰੂ ਨਾਨਕ ਨਗਰ ਬਟਾਲਾ ਔਰ 4 ਥਾਵਾਂ ਤੇ ਜਿਹੜੀ ਇਹਨਾਂ ਦੀ ਰਿਹਾਇਸ਼ ਤੇ ਦੱਸਿਆ ਜਾ ਰਿਹਾ ਕਿ ਇਨਕਮ ਟੈਕਸ ਵੱਲੋਂ ਛਾਪੇਮਾਰੀ ਇੱਕੋ ਦਮ ਕੀਤੀ ਗਈ ਹੈ। ਔਰ ਉੱਥੋਂ ਦੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਜੋ ਮੀਡੀਆ ਨੂੰ ਨਹੀਂ ਦਿੱਤੀ ਜਾ ਰਹੀ, ਪਰ ਘਰਾਂ ਦੇ ਅੰਦਰ ਜਿਹੜੀ ਫਰੋਲਾ ਫਰਾਲੀ ਕੀਤੀ ਜਾ ਰਹੀ ਹੈ, ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਪਿੱਛੇ ਮਕਸਦ ਕੀ ਹੈ ਕਿ ਵਾਕਈ ਵੱਧ ਜਾਇਦਾਦ ਦਾ ਮਾਮਲਾ ਕਿ ਕਿਸਾਨੀ ਅੰਦੋਲਨ ਦੇ ਵਿੱਚ ਰੋਲ ਨਿਭਾਉਣ ਦਾ ਸੁੱਖ ਮਿਆਜਾ ਭੁਗਤਣਾ ਪੈ ਰਿਹਾ। ਪਰ ਫਿਲਹਾਲ ਜਿਹੜੀ ਇਨਕਮ ਟੈਕਸ ਦੀ ਟੀਮ ਆ ਉਸ ਵੱਲੋਂ ਰਣਜੀਤ ਬਾਵਾ ਜੋ ਮਸ਼ਹੂਰ ਗਾਇਕ ਨੇ, ਅਦਾਕਾਰ ਨੇ ਔਰ ਉਹਨਾਂ ਦੇ ਘਰ ਜਿਹੜੀ ਰੇਡ ਹੋਣੀ, ਉਹਨਾਂ ਦੇ ਪੀਏ ਦੇ ਘਰ ਰੇਡ ਹੋਣੀ, ਉਹਨੇ ਗਾਇਕਾਂ ਦੀ चिंता जरूर बढ़ा देती है। जी बिल्कुल, लेकिन जिस तरह नाल कार्रवाई हुई है किसी एक ठिकाने ते नहीं हुई लेकिन वक-वक ठिकाणिਆਂ ते हुई है। यकीनन पूरी तैयारी दे नाल डिपार्टमेंट जड़ा आया है। इस वेले रंजीत बावा क्या वो अपनी किसी रिहायश ते इत्थे ही ने? कुछ जानकारी इस बारे? जी बिल्कुल, रंजीत बावा बिल्कुल अजकल पंजाब दे विच ही ने। उन्हां दी लगभग जिहड़ी रिहायश है वो चंडीगढ़ ही रहिंदे ने। बटाला दे विच ग्रेटर क्लास दे विच उन्हां दा घर है और बटाला ग्रंथीआ पिंड उन्हां दा जद्दी पिंड है और पीए का जो गुरु नानक नगर डिप्टी वोरा उत्थे रहिंदे ने। पर अजे तक रंजीत बावा इत्थे घर विच मौजूद नहीं। कल परसों 2 दिन उन्होंने इसे इलाके दे विच ही प्रोग्राम कीते ने, अमृतसर च प्रोग्राम कीते ने। वो पूरे एक्टिव ने, अपने जिहड़े गीत बोल रहे ने, अखाड़े लगा रहे ने। पर इसे दरम्यान अज अचनचेत जिहड़े आ छापेमारी हुई है। अजे तक ना तो रंजीत बावा का कोई प्रतिक्रम आया, ना उन्हों दे परिवार वालों कोई अजे तक क्योंकि किसी नूं मिलन दिता जा रहा। अजे फिलहाल जिहड़ी आ इनकम टैक्स की टीम है उन्होंने वालों परिवार के नाल गलबात भी की जा रही है और सारी जांच भी की जा रही है। बिल्कुल, क्योंकि ये वक-वक ठिकाणिਆਂ ਤੇ रेड पई है इनकम टैक्स की और जिस तरह ਦੇ ਨਾਲ ਉਹਨਾਂ ਦੇ ਪੀਏ ਦੇ ਵੀ ਜਿਹੜਾ ਛਾਪੇਮਾਰੀ ਕੀਤੀ ਗਈ ਹੈ। ਸੋ ਉਹਨਾਂ ਦੀ ਵੀ ਰਿਹਾਇਸ਼ ਤੇ ਦਫ਼ਤਰ ਤੇ ਕੀ ਕੁਝ ਇਸ ਨੂੰ ਲੈ ਕੇ ਜਾਣਕਾਰੀ ਹੋਰ ਨਿਕਲ ਕੇ ਆ ਰਹੀ ਹੈ? जी बिल्कुल, ਜਿਹੜੇ ਪੀਏ ਹੁੰਦੇ ਨੇ ਉਹ ਬਿਲਕੁਲ ਸੂਤਰਧਾਰ ਹੁੰਦੇ ਨੇ। ਜਿਹੜੇ ਕਲਾਕਾਰ ਹੁੰਦੇ ਨੇ ਉਹ ਖੁਦ ਤੇ ਆਪਣਾ ਜਿਹੜਾ ਕਾਰੋਬਾਰ ਨਹੀਂ ਸਾਂਭਦੇ। ਜਿੰਨੇ ਪ੍ਰੋਗਰਾਮ ਹੁੰਦੇ ਨੇ ਥਰੂ ਪੀਏ ਹੀ ਹੁੰਦੇ ਨੇ। ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਜਿਹੜੇ ਅੱਗੇ ਵੱਡੇ ਵੱਡੇ ਜਿਹੜੇ ਕਲਾਕਾਰ ਨੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ। ਚਾਹੇ ਕੋਈ ਪੋਲੀਟੀਕਲ ਬੰਦਾ ਵੀ ਹੋਵੇ, ਤਾਂ ਸਭ ਤੋਂ ਪਹਿਲਾਂ ਪੀਏ ਦੇ ਉੱਤੇ ਵੀ ਰੇਡ ਕੀਤੀ ਜਾਂਦੀ ਹੈ ਕਿਉਂਕਿ ਉਹ ਖਾਸ ਸੂਤਰਧਾਰ ਹੁੰਦੇ ਨੇ, ਉਹਨਾਂ ਦੇ ਨੇੜੇ ਤੇੜੇ ਰਹਿੰਦੇ ਨੇ ਔਰ ਸਾਰੇ ਰਿਕਾਰਡ ਨੂੰ ਜਿਹੜਾ ਇਨਕਮ ਟੈਕਸ ਵੱਲੋਂ ਸੀਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਸੇ ਕਰਕੇ ਅੱਜ ਜਿਹੜਾ ਆ ਉਹਦੇ ਪੀਏ ਦੇ ਔਰ ਰਣਜੀਤ ਸਿੰਘ ਬਾਵਾ ਦੇ ਜਿਹੜੀ ਰਿਹਾਇਸ਼ ਆ ਜੱਦੀ ਪਿੰਡ ਆ ਉੱਥੇ ਵੀ ਉਹਨਾਂ ਵੱਲੋਂ ਇਨਕਮ ਟੈਕਸ ਵੱਲੋਂ ਰੇਡ ਕੀਤੀ ਹੈ। ਪੂਰੀ ਯੋਜਨਾਬੰਦੀ ਢੰਗ ਦੇ ਨਾਲ ਹੀ ਇਹ ਜਿਹੜੀ ਰੇਡ ਕੀਤੀ ਗਈ ਹੈ। ਚਾਰੇ ਥਾਵਾਂ ਤੇ ਲਗਭਗ ਇੱਕੋ ਸਮੇਂ ਤੇ ਹੀ ਰੇਡ ਕੀਤੀ ਦੱਸੀ ਜਾ ਰਹੀ ਹੈ। ਹੋਰ ਵੀ ਕਈ ਜਿਹੜੇ ਕਲਾਕਾਰ ਦੱਸਿਆ ਜਾ ਰਿਹਾ ਕਿ ਉਹਨਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਇਹ ਹੁਣ ਵੇਖਣਾ ਹੋਵੇਗਾ ਕਿ ਇਸ ਦਾ ਕਾਰਨ ਕੀ ਹੈ। ਇਹ ਵੱਧ ਜਾਇਦਾਦ ਕਰਕੇ ਬਣਾਈ ਹੈ ਜਾਂ ਇਨਕਮ ਟੈਕਸ ਦਾ ਕੋਈ ਮਾਮਲਾ ਜਾਂ ਕਿਸਾਨੀ ਅੰਦੋਲਨ ਨਾਲ ਜੁੜਿਆ। ਅਜੇ ਫਿਲਹਾਲ ਇਹ ਕਹਿਣਾ ਜਿਹੜਾ ਔਖਾ ਆ। ਪਰ ਫਿਲਹਾਲ ਜਿਹੜੀ ਇਨਕਮ ਟੈਕਸ ਦੀ ਰੇਡ ਹੋਈ ਹੈ ਉਸ ਦੇ ਕਾਰਨ ਜਿਹੜਾ ਕਲਾਕਾਰ ਜਗਤ ਆ ਉਹਨਾਂ ਦੇ ਵਿੱਚ ਚਿੰਤਾ ਦਾ ਮਾਹੌਲ ਜ਼ਰੂਰ ਹੈ, ਡਰ ਦਾ ਸਹਿਮ ਦਾ ਮਾਹੌਲ ਜ਼ਰੂਰ ਹੈ ਕਿ ਜਿਵੇਂ ਕੇਂਦਰੀ ਏਜੰਸੀਆਂ ਜਾਂ ਇਨਕਮ ਟੈਕਸ ਜਿਹੜੀ ਆ ਰੇਡ ਕਰਦੀ ਪਿਛਲੇ ਸਮੇਂ ਵੀ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਆੜ੍ਹਤੀ ਸੈਲਰਾਂ ਵਾਲੇ ਜਿਨ੍ਹਾਂ ਨੇ ਕਿਸਾਨਾਂ ਦੀ ਮਦਦ ਕੀਤੀ ਸੀ ਉਹਨਾਂ ਦੇ ਘਰਾਂ ਦੇ ਵਿੱਚ ਵੀ ਬੜੇ ਵੱਡੇ ਪੱਧਰ ਤੇ ਰੇਡ ਹੋਏ ਸਨ। ਤੇ ਅੱਜ ਕੱਲ ਹੁਣ ਫਿਰ ਜਿਹੜੇ ਕਲਾਕਾਰ ਨੇ ਇਹਨਾਂ ਦੇ ਘਰਾਂ 'ਚ ਰੇਡ ਹੋਣ ਦਾ ਮਕਸਦ ਕੀ, ਇੱਕੋ ਸਮੇਂ ਕਿਉਂ ਇਨਕਮ ਟੈਕਸ ਵੱਲੋਂ ਰਣਜੀਤ ਬਾਵਾ ਨੂੰ ਖਾਸ ਕਰਕੇ ਨਿਸ਼ਾਨਾ ਬਣਾਇਆ ਗਿਆ, ਇਸ ਦਾ ਮਕਸਦ ਤੇ ਬਾਅਦ ਵਿੱਚ ਪਤਾ ਲੱਗੇਗਾ। ਪਰ ਫਿਲਹਾਲ ਇਹ ਪੂਰੀ ਤਰ੍ਹਾਂ ਤੈਅ ਆ ਕਿ ਉਹਨਾਂ ਦੇ ਘਰਾਂ ਦੇ ਵਿੱਚ ਉਹਨਾਂ ਦੇ ਟਿਕਾਣਿਆਂ ਦੇ ਉੱਤੇ ਇਨਕਮ ਟੈਕਸ ਵੱਲੋਂ ਘੇਰਾਬੰਦੀ ਫਿਲਹਾਲ ਟਾਈਟ ਕਰ ਦਿੱਤੀ ਗਈ ਹੈ। ਕੀ ਉਹਨਾਂ ਨੂੰ ਮਿਲਦਾ, ਕੀ ਉਹਨਾਂ ਦਾ ਮਕਸਦ ਆ,
ਇਹ ਤੇ ਬਾਅਦ ਵਿੱਚ ਪਤਾ ਲੱਗੇਗਾ, ਕਿਉਂਕਿ ਰਣਜੀਤ ਬਾਵਾ ਕੋਈ ਬਹੁਤ ਲੰਮਾ ਚੌੜਾ ਜਾਂ ਖਾਨਦਾਨੀ ਗਾਇਕ ਨਹੀਂ ਹੈ। ਉਹ ਬਹੁਤ ਥੱਲਿਓਂ ਪਰਿਵਾਰ ਛੋਟੇ, ਉਹਨੇ ਬੜੀ ਮਿਹਨਤ ਕਰਕੇ ਇਸ ਮੁਕਾਮ ਤੱਕ ਪਹੁੰਚਿਆ, ਬਹੁਤ ਉਹਨੇ ਸੰਘਰਸ਼ ਕੀਤਾ, ਪਰ ਅੱਜ ਉਹ ਪੂਰੇ ਮੁਕਾਮ ਤੇ ਆ। ਅੱਜ ਰਣਜੀਤ ਬਾਵਾ ਇੰਡਸਟਰੀ ਦਾ ਇੱਕ ਧੁਰਾ ਬਣ ਚੁੱਕਾ ਔਰ ਸਿੰਗਰਾਂ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਉਹ ਫੇਮਸ ਆ। ਬਹੁਤ ਵੱਡੀਆਂ ਉਹਨਾਂ ਵੱਲੋਂ ਫਿਲਮਾਂ ਵੀ ਬਣਾਈਆਂ ਗਈਆਂ ਨੇ ਔਰ ਅੱਜ ਅੱਖਾਂ ਦਾ ਤਾਰਾ ਬਣ ਚੁੱਕਾ ਜੋ ਰਣਜੀਤ ਬਾਵਾ, ਔਰ ਉਸ ਨੂੰ ਪਹਿਲੀ ਪਸੰਦ ਜਿਹੜੀ ਦਰਸ਼ਕਾਂ ਦੀ ਮੰਨਿਆ ਜਾਂਦਾ। ਪਰ ਇਸ ਦੇ ਬਾਵਜੂਦ ਅੱਜ ਉਹਦੇ ਰੇਡ ਹੋਣ ਦਾ ਕਾਰਨ ਕੀ ਹੈ? ਵਾਕਈ ਕੋਈ ਜਾਇਦਾਦ ਦਾ ਮਾਮਲਾ ਜਾਂ ਕੋਈ ਕਿਸਾਨੀ ਅੰਦੋਲਨ ਦਾ ਮਾਮਲਾ ਜਾਂ ਉਹਦੇ ਨਾਲ ਜੁੜਿਆ ਇਹ ਕਿਹੜ ਕੱਢਣ ਦਾ ਮਾਮਲਾ, ਇਹ ਤਾਂ ਬਾਅਦ ਵਿੱਚ ਹੀ ਪਤਾ ਲੱਗੇਗਾ। ਪਰ ਫਿਲਹਾਲ ਜਿਹੜਾ ਇਨਕਮ ਟੈਕਸ ਵੱਲੋਂ ਸ਼ਿਕੰਜਾ ਜ਼ਰੂਰ ਕੱਸ ਲਿਆ ਗਿਆ। ਜੀ ਬਿਲਕੁਲ। ਔਰ ਅਜੇ ਵਿਚਕਾਰ ਦੱਸੋ, ਇਸ ਤਰ੍ਹਾਂ ਦੇ ਨਾਲ ਇੱਕ ਗਾਇਕ ਤੇ ਇਹ ਸ਼ਿਕੰਜਾ ਕੱਸਿਆ ਗਿਆ ਹੈ, ਯਕੀਨਨ ਖਦਸ਼ੇ ਇਹ ਵੀ ਹੋਣਗੇ ਕਿ ਹੋਰ ਵੀ ਕਈ ਗਾਇਕਾਂ ਤੇ ਜਾਂ ਕਲਾਕਾਰਾਂ ਤੇ ਇਸ ਤਰ੍ਹਾਂ ਸ਼ਿਕੰਜਾ ਕੱਸਿਆ ਜਾ ਸਕਦਾ ਹੈ। ਜੀ ਬਿਲਕੁਲ। ਚੰਡੀਗੜ੍ਹ ਦੇ ਵਿੱਚ ਇੱਕ ਹੋਰ ਬੜੇ ਨਾਮੀ ਕਲਾਕਾਰ ਨੇ, ਉਹਨਾਂ ਦੇ ਘਰ ਦੇ ਵਿੱਚ ਵੀ ਛਾਪਾ ਪੈਣ ਦੀ ਹੁਣ ਖਬਰ ਹੈ। ਇਹ ਚੰਡੀਗੜ੍ਹ ਤੋਂ ਸੂਤਰਾਂ ਤੋਂ ਪੁਸ਼ਟ ਸੂਤਰਾਂ ਤੋਂ ਜਾਣਕਾਰੀ ਮਿਲ ਰਹੀ ਹੈ ਕਿ ਹੋਰ ਵੀ ਜਿਹੜੇ ਕਲਾਕਾਰ ਨੇ ਉਹਨਾਂ ਦੇ ਵੀ ਨਿਸ਼ਾਨਾ ਬਣਾਇਆ ਗਿਆ, ਪਰ ਫਿਲਹਾਲ ਅਸੀਂ ਉਸ ਦੀ ਪੁਸ਼ਟੀ ਨਹੀਂ ਕਰਦੇ। ਰਣਜੀਤ ਬਾਵਾ ਜੋ ਉਹਨਾਂ ਦੇ 4 ਟਿਕਾਣਿਆਂ ਦੇ ਉੱਤੇ ਇਹ ਜਿਹੜੀ ਰੇਡ ਹੋਈ ਹੈ ਇਨਕਮ ਟੈਕਸ ਵੱਲੋਂ, ਇੱਕਦਮ ਜਿਹੜੀ ਰੇਡ ਕੀਤੀ ਗਈ ਹੈ, ਉਸ ਦੇ ਨਾਲ ਜਿਹੜੇ ਕਲਾਕਾਰ ਜਗਤ ਦੇ ਵਿੱਚ ਦਹਿਸ਼ਤ ਦਾ ਮਾਹੌਲ ਜ਼ਰੂਰ ਹੈ, ਕਿਉਂਕਿ ਚੰਡੀਗੜ੍ਹ ਵੀ ਜਿਹੜੀ ਕਲਾਕਾਰਾਂ ਦੀ ਇੱਕ ਕਲੋਨੀ ਵੱਖਰੀ ਬਣੀ ਪਈ ਹੈ ਔਰ ਜਿਹੜੇ ਕਲਾਕਾਰ ਤੇ ਅੱਗੇ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਦਹਿਸ਼ਤ ਦਾ ਮਾਹੌਲ ਹੈ, ਕਿਵੇਂ ਉਹਨਾਂ ਤੇ ਕਰੋਪੀ ਆਈ ਹੈ, ਕਿਵੇਂ ਕੋਈ ਕਲਾਕਾਰਾਂ ਨੂੰ ਸ਼ੱਕ ਦੇ ਘੇਰੇ ਵਿੱਚ ਲਿਆਂਦਾ ਜਾ ਰਿਹਾ, ਕਿਵੇਂ ਵੱਡੇ ਵੱਡੇ ਜਿਹੜੇ ਨਾਮੀ ਕਲਾਕਾਰ ਨੇ ਉਹਨਾਂ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ। ਔਰ ਜਿਹੜਾ ਕਲਾਕਾਰਾਂ ਦੇ ਉੱਤੇ ਹੁਣ ਸੰਕਟ ਵਾਲਾ ਸਮਾਂ ਜ਼ਰੂਰ ਦਿਖਾਈ ਦੇ ਰਿਹਾ। ਪਰ ਅੱਜ ਜੇ ਵੇਖਿਆ ਜਾਏ ਤਾਂ ਰਣਜੀਤ ਸਿੰਘ ਬਾਵਾ ਜੋ ਬਟਾਲਾ ਜ਼ਿਲ੍ਹੇ ਦੇ ਨਾਲ ਸੰਬੰਧਿਤ ਨੇ, ਬਟਾਲਾ ਦੇ ਵਿੱਚ ਉਹਨਾਂ ਦਾ ਘਰ ਆ ਔਰ ਨਾਲ ਛੋਟਾ ਜਿਹਾ ਕਸਬਾ ਬਟਾਲਾ ਗ੍ਰੰਥੀਆਂ ਜਿੱਥੇ ਉਹਨਾਂ ਦਾ ਪਿੰਡ ਆ, ਉਸੇ ਘਰ ਦੇ ਵਿੱਚ ਵੀ ਰੇਡ ਹੋਈ ਹੈ। ਔਰ ਰਣਜੀਤ ਬਾਵਾ, ਮੈਂ ਫੇਰ ਦੱਸਣਾ ਚਾਹੁੰਦਾ ਕਿ ਕੋਈ ਐਡਾ ਵੱਡਾ ਖਾਨਦਾਨੀ ਉਹਨਾਂ ਦੇ ਘਰ ਕੋਈ ਐਸਾ ਮਸਲਾ ਨਹੀਂ ਕਿ ਬਹੁਤ ਵੱਡੀਆਂ ਇੰਡਸਟਰੀਆਂ ਜਾਂ ਫੈਕਟਰੀਆਂ ਹੋਣ। ਉਹਨਾਂ ਨੇ ਜੋ ਵੀ ਕੀਤਾ, ਮਿਹਨਤ ਕੀਤੀ ਹੈ, ਆਪਣੀ ਮਿਹਨਤ ਦੇ ਬਲਬੂਤੇ ਦੇ ਉੱਤੇ ਇੰਨਾ ਵੱਡਾ ਮੁਕਾਮ ਹਾਸਲ ਕੀਤਾ ਔਰ ਉਹਨੇ ਬਹੁਤ ਮਾੜਾ ਸਮਾਂ ਵੀ ਦੇਖਿਆ, ਕਿਉਂਕਿ ਸਾਡੇ ਇਲਾਕੇ ਨਾਲ ਸੰਬੰਧਿਤ ਹੈ। ਛੋਟੀਆਂ ਸਟੇਜਾਂ ਤੋਂ ਆਪਣੀ ਆਵਾਜ਼ ਦੇ ਸਦਕਾ ਉੱਪਰ ਤੱਕ ਪਹੁੰਚਿਆ, ਪਰ ਅੱਜ ਜ਼ਰੂਰ ਉਹ ਇੰਡਸਟਰੀ ਦਾ ਧੁਰਾ ਬਣ ਚੁੱਕਾ। ਰਣਜੀਤ ਬਾਵੇ ਦੀ ਤੂਤੀ ਚਫੇਰੇ ਬੋਲਦੀ ਹੈ। ਇਸ ਦਾ ਕਾਰਨ ਕੀ ਹੈ? ਜੋ ਇਨਕਮ ਟੈਕਸ ਨੇ ਰੇਡ ਕੀਤੀ ਹੈ, ਇਸ ਦਾ ਅਜੇ ਕੋਈ ਖੁਲਾਸਾ ਨਹੀਂ ਹੋਇਆ ਕਿ ਕਿਉਂ ਕੀਤੀ ਹੈ। ਜੀ ਬਿਲਕੁਲ। ਔਰ ਕਦੋਂ ਤੋਂ ਇਹ ਰੇਡ ਜਿਹੜੀ ਹੈ ਉਹ ਜਾਰੀ ਹੈ ਰਜਿੰਦਰ, ਇਸ ਬਾਰੇ ਕੁਝ ਜਾਣਕਾਰੀ ਹੈ? ਬਿਲਕੁਲ ਰੇਡ ਜਾਰੀ ਹੈ ਜੀ, ਰੇਡ ਘਰ ਦੇ ਵਿੱਚ ਵੀ ਜਾਰੀ ਹੈ ਔਰ ਇਨਕਮ ਟੈਕਸ ਦੀ ਟੀਮ ਬਿਲਕੁਲ ਘਰਾਂ ਦੇ ਵਿੱਚ ਡੇਰੇ ਜਮਾ ਕੇ ਬੈਠੀ ਹੈ। ਕੋਈ ਮੀਡੀਆ ਨੂੰ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ ਔਰ ਉਹਨਾਂ ਵੱਲੋਂ ਸਿਰਫ ਤਲਾਸ਼ੀ ਲਈ ਜਾ ਰਹੀ ਹੈ ਜਾਂ ਘਰ ਦੇ ਡਾਕੂਮੈਂਟ ਫਰੋਲੇ ਜਾ ਰਹੇ, ਘਰ ਤੋਂ ਜਾਣਕਾਰੀ ਲਈ ਜਾ ਰਹੀ ਹੈ। ਨਾ ਤੇ ਕੋਈ ਪਰਿਵਾਰਕ ਮੈਂਬਰ ਹੀ ਬਾਹਰ ਆ ਕੇ ਕੋਈ ਦੱਸ ਰਿਹਾ, ਨਾ ਕਿਉਂਕਿ ਉਹਨਾਂ ਨੂੰ ਜਿਹੜਾ ਇਨਕਮ ਟੈਕਸ ਦੀ ਰੇਡ ਹੁੰਦੀ ਹੈ ਉਹ ਬਹੁਤ ਲੰਮੀ ਰੇਡ ਹੁੰਦੀ ਹੈ ਔਰ ਬਹੁਤ ਬਰੀਕੀ ਦੇ ਨਾਲ ਉਹ ਜਾਂਚ ਕਰਦੇ, ਉਹਨਾਂ ਨੂੰ ਕੁਝ ਮਿਲੇ ਜਾਂ ਨਾ ਮਿਲੇ। ਅਸੀਂ ਦੇਖਿਆ ਕਿ 12-12 ਘੰਟੇ 15-15 ਘੰਟੇ ਵੀ ਇਹਨਾਂ ਦੀ ਜਾਂਚ ਚੱਲਦੀ ਰਹਿੰਦੀ ਹੈ ਔਰ ਜਾਂਚ ਤੋਂ ਬਾਅਦ ਹੀ ਉਹ ਆ ਕੇ ਕੋਈ ਪੁਸ਼ਟੀ ਕਰਦੇ ਆ ਕਿ ਇੱਥੋਂ ਮਿਲਿਆ ਕੁਝ ਕਿ ਨਹੀਂ ਮਿਲਿਆ। ਪਰ ਫਿਲਹਾਲ ਜੋ ਹੈ ਰਣਜੀਤ ਬਾਵਾ ਦੇ ਖਿਲਾਫ ਇਨਕਮ ਟੈਕਸ ਵੱਲੋਂ ਕਾਫੀ ਸ਼ਿਕੰਜਾ ਕੱਸਿਆ ਜਾ ਰਿਹਾ ਔਰ ਉਸੇ ਮੁਤਾਬਕ ਹੀ ਅੱਜ ਰੇਡ ਹੋਏ ਨੇ। ਇਸ ਦੇ ਕਾਰਨ ਕੀ ਨੇ, ਕਿਉਂ ਰੇਡ ਹੋਈ ਹੈ, ਇਹ ਅਜੇ ਪੁਸ਼ਟੀ ਹੋਣੀ ਬਾਕੀ ਹੈ। ਬਿਲਕੁਲ। ਆਪਣੇ ਦਰਸ਼ਕਾਂ ਨੂੰ ਇੱਕ ਵਾਰ ਫਿਰ ਦੱਸ ਦਿੰਦੇ ਹਾਂ, ਪ੍ਰਸਿੱਧ ਪੰਜਾਬੀ ਗਾਇਕ ਨੇ ਰਣਜੀਤ ਬਾਵਾ, ਜਿਨ੍ਹਾਂ ਦੇ ਟਿਕਾਣਿਆਂ ਤੇ ਵੱਖ-ਵੱਖ ਟਿਕਾਣਿਆਂ ਤੇ ਘਰ ਦੇ ਵਿੱਚ, ਦਫ਼ਤਰ ਦੇ ਵਿੱਚ ਰੇਡ ਪਈ ਹੈ। ਇਨਕਮ ਟੈਕਸ ਵੱਲੋਂ ਇਹ ਕਾਰਵਾਈ ਜਿਹੜੀ ਕੀਤੀ ਗਈ ਹੈ, 4 ਟਿਕਾਣਿਆਂ ਤੇ ਛਾਪੇ ਮਾਰੇ ਔਰ ਸਿਰਫ ਰਣਜੀਤ ਬਾਵਾ ਨਹੀਂ, ਉਸਦੇ ਜੋ ਪੀਏ ਹੈ ਉਸਦੇ ਉੱਪਰ ਵੀ ਇਹ ਰੇਡ ਪਈ ਹੈ। ਬਟਾਲਾ ਅਤੇ ਚੰਡੀਗੜ੍ਹ ਦਫ਼ਤਰ ਤੇ ਇਹ ਰੇਡ ਮਾਰੀ ਗਈ। ਇਸ ਵੇਲੇ ਟੀਮਾਂ ਇੱਕ ਚੀਜ਼ ਖੰਗਾਲ ਰਹੀਆਂ ਨੇ। ਰਣਜੀਤ ਬਾਵਾ ਦੇ ਪੀਏ ਦੇ ਘਰ ਤੇ ਵੀ ਇਹ ਛਾਪਾ ਇਨਕਮ ਟੈਕਸ ਵੱਲੋਂ ਮਾਰਿਆ ਗਿਆ। ਸੋ ਹੁਣ ਵੇਖਣਾ ਅਹਿਮ ਹੋਏਗਾ ਕਿ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਇਸ ਮਾਮਲੇ ਦੇ ਵਿੱਚ, ਕਿਉਂਕਿ ਇਨਕਮ ਟੈਕਸ ਵੱਲੋਂ ਪੂਰੀ ਟੀਮ ਵੱਲੋਂ ਤਿਆਰੀ ਕਰਕੇ ਆਇਆ ਜਾਂਦਾ ਔਰ ਇਹ ਵੱਖ-ਵੱਖ ਟਿਕਾਣੇ ਤੇ ਇਕੱਠੇ ਜਦੋਂ ਰੇਡ ਕੀਤੀ ਗਈ ਹੈ, ਕਈ ਘੰਟਿਆਂ ਤੱਕ ਇਹ ਜਿਹੜੀ ਛਾਨਬੀਨ ਚੱਲਦੀ ਹੈ। ਲੇਕਿਨ ਕਿਆ ਇਹ ਆਮਦਨ ਤੋਂ ਬਾਅਦ ਜਾਇਦਾਦ ਦਾ ਕੋਈ ਮਾਮਲਾ ਹੈ? ਲੇਕਿਨ ਜਿਸ ਤਰ੍ਹਾਂ ਸਾਡੇ ਸਹਿਯੋਗੀ ਵੀ ਜਾਣਕਾਰੀ ਦੇ ਰਹੇ ਸਨ, ਜਦੋਂ ਕਿਸਾਨੀ ਅੰਦੋਲਨ ਚੱਲ ਰਿਹਾ ਸੀ ਉਦੋਂ ਵੀ ਵੱਧ ਚੜ੍ਹ ਕੇ ਕਿਸਾਨਾਂ ਦਾ ਸਾਥ ਦਿੰਦੇ ਹੋਏ ਰਣਜੀਤ ਬਾਵਾ ਨਜ਼ਰ ਆਏ ਸਨ। ਅਜੇ ਵਿਚਕਾਰ ਕਿਆ ਇਹ ਉਸਦਾ ਖਾਮਿਆਜ਼ਾ ਭੁਗਤਣਾ ਪੈ ਰਿਹਾ? ਤਮਾਮ ਸਵਾਲ ਨੇ, ਆਉਣ ਵਾਲੇ ਸਮੇਂ ਵਿੱਚ ਹੀ ਇਸ ਦੇ ਬਾਰੇ ਖੁਲਾਸਾ ਹੋ ਪਾਏਗਾ। ਬਹੁਤ ਬਹੁਤ ਸ਼ੁਕਰੀਆ ਜਿੰਦਰ, ਫਿਲਹਾਲ ਦੀ ਇਹ ਸਾਰੀ ਜਾਣਕਾਰੀ ਲਈ।